ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਖਾਸ ਅਤੇ ਵੱਡੀ ਖਬਰ ਦੇ ਨਾਲ। ਪੰਜਾਬ ਕਾਂਗਰਸ ਦੇ ਵਿੱਚ ਵੱਡਾ ਭੁਚਾਲ ਹੈ ਤੇ ਕੇਂਦਰ ਬਿੰਦੂ ਬਣੇ ਹੋਏ ਨੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ। ਇਹਨਾਂ ਦੋਹਾਂ ਦੇ ਧੜੇ ਵੱਖੋ ਵੱਖਰੇ ਨਜ਼ਰ ਆ ਰਹੇ ਨੇ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਬੋਲਣ ਵਾਲੇ ਲੋਕ ਨੇ ਜਾਂ ਕਹਿ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਧੜਾ ਹੈ, ਤੇ ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਬੋਲਣ ਵਾਲੇ ਵੀ ਅਲੱਗ ਖੜੇ ਨੇ। ਇਸ ਦੌਰ ਦੇ ਵਿੱਚ ਬੀਤੇ ਦਿਨੀ ਵਿਧਾਇਕਾਂ ਮੰਤਰੀਆਂ ਦੇ ਸਮੇਤ ਇੱਕ ਰਾਜ ਸਭਾ ਮੈਂਬਰ ਦੀ ਮੁਲਾਕਾਤ ਹੋਈ ਹੈ। ਇਹਨਾਂ ਮੁਲਾਕਾਤਾਂ ਦੇ ਵਿੱਚ ਕਈ ਵੱਡੀਆਂ ਗੱਲਾਂ ਦੇ ਉੱਤੇ ਚਰਚਾਵਾਂ ਕੀਤੀਆਂ ਨੇ ਤੇ ਪ੍ਰਗਟ ਸਿੰਘ ਦੀ ਗੱਲ ਕਰੀਏ ਤਾਂ ਪ੍ਰਗਟ ਸਿੰਘ ਦਾ ਰੁਖ ਬੀਤੇ ਦਿਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਾਫੀ ਤੱਤਾ ਨਜ਼ਰ ਆਇਆ। ਪ੍ਰਗਟ ਸਿੰਘ ਨੇ ਇੱਕ ਵਾਰ ਫਿਰ ਤੋਂ ਗੱਲ ਦੁਹਰਾਈ ਹੈ ਕਿ ਜਿਸ ਤਰ੍ਹਾਂ ਡਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਕਦੇ ਵੀ ਹਜਮ ਨਹੀਂ ਹੋਣਗੀਆਂ। ਤੇ ਪ੍ਰਗਟ ਸਿੰਘ ਨੇ ਖਾਸ ਤੌਰ ਦੇ ਉੱਤੇ ਕਿਹਾ ਹੈ ਕਿ ਅਸੀਂ ਗੁੱਟਬਾਜ਼ੀ ਦੇ ਵਿੱਚ ਨਹੀਂ ਆ, ਪਰ ਜੋ ਕੁਝ એનર્ਜੀ ਨੂੰ ਅਸੀਂ ਗਲਤ ਪਾਸੇ ਵਰਤ ਰਹੇ ਹਾਂ ਉਹਨੂੰ ਸਹੀ ਪਾਸੇ ਪੰਜਾਬ ਦੇ ਵਿਕਾਸ ਦੇ ਲਈ ਵਰਤਿਆ ਜਾਣਾ ਚਾਹੀਦਾ। ਨਹੀਂ ਦੇਖੋ, ਫੋਨ ਵਗੈਰਾ ਆਉਂਦੇ ਰਹਿੰਦੇ ਆ। ਦੇਖੋ ਯਾਰ, ਆਪਾਂ ਨਾਰਮਲ ਸਰਕਮਸਟੈਂਸਸ 'ਚ ਗੱਲ ਕਰੀਏ, ਕਿਉਂਕਿ ਆਹ ਜਿਹੜੀ ਗੱਲ ਹੈਗੀ ਆ ਮੈਨੂੰ ਤਾਂ ਇਹ ਠੀਕ ਨਹੀਂ ਲੱਗਦੀ। ਕਿਉਂਕਿ ਜਿਹੜੀ ਅਸੀਂ ਬੇਸਿਕਲੀ ਲੜਾਈ ਕੋਈ ਨਹੀਂ ਹੈਗੀ, ਲੜਾਈ ਕਾਂਗਰਸ ਦੀ ਇੰਟਰਨਲ ਕੋਈ ਕਿਸੇ ਕਿਸਮ ਦੀ ਤੁਸੀਂ ਕਹੋਗੇ ਜੀ ਦੋ ਫਾੜ ਹੋ ਗਈ ਜੀ, ਇੱਦਾਂ ਹੋ ਗਈ ਜੀ, ਇੱਦਾਂ ਹੋ ਗਈ ਜੀ, ਨਾ ਕਿਸੇ ਨੂੰ ਲਾਉਣ ਦੀ ਲੜਾਈ ਹੈਗੀ ਆ। ਲੜਾਈ ਤਾਂ ਇਹ ਆ ਬੇਸਿਕਲੀ ਵੀ ਆਪਾਂ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਸੀ, ਜਿੱਧਰ ਨੂੰ ਸਾਨੂੰ એનર્ਜੀ ਲਾਉਣੀ ਚਾਹੀਦੀ ਸੀ ਪੋਜ਼ਿਟਿਵ, ਅਸੀਂ ਉਹ ਲਾਉਣ ਦੀ ਬਜਾਏ ਅਸੀਂ ਨੈਗੇਟਿਵ ਪਾਸੇ ਨੂੰ ਲਾਉਣ ਲੱਗ ਪਏ। ਗਲਤ ਹੈ। ਤੁਹਾਨੂੰ ਲੱਗਦਾ ਏਜੰਸੀਆਂ ਦੀ ਦੁਰਵਰਤੋਂ ਸ਼ੁਰੂ ਹੋ ਗਈ? ਤੁਹਾਨੂੰ ਲੱਗਦਾ ਏਜੰਸੀਆਂ ਦੀ ਦੁਰਵਰਤੋਂ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ? ਯਾਰ ਇਹ ਤਾਂ ਬੇਸਿਕਲੀ 1978 ਤੋਂ ਹੀ ਹੁੰਦੀ ਆਈ ਆ। ਮੈਂ ਤਾਂ ਕਹਿੰਦਾ ਕਿ ਪੋਲੀਟੀਕਲ ਬੰਦਿਆਂ ਨੂੰ ਅਕ੍ਰੋਸ ਦਾ ਪਾਰਟੀ ਲਾਈਨ ਜਿਹੜੀਆਂ ਇਹ ਅਥਾਰਟੀਜ਼ ਆ, ਇਹਨਾਂ ਦੀ ਜਿਹੜੀ ਅਥਾਰਟੀ ਆ ਉਹਨੂੰ ਕਿਤੇ ਨਾ ਕਿਤੇ ਕਮਜ਼ੋਰ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦਾ ਕੋਈ ਫੋਨ ਨਹੀਂ ਕੀਤਾ ਗਿਆ ਤੁਹਾਨੂੰ? ਸੰਦੀਪ ਸੰਧੂ ਨਾਲ ਉਹਨਾਂ ਦੀ ਗੱਲ ਹੋਈ ਹੈ, ਕਹਿੰਦੇ ਕੋਈ ਫੋਨ ਨਹੀਂ ਕੀਤਾ ਗਿਆ। ਚਲੋ ਮੈਂ ਦੇਖੋ ਗੱਲ ਇਹ ਆ ਵੀ ਜਿਹੜੀ ਮੈਂ ਗੱਲ ਕਹਿਣਾ, ਮੈਂ ਅਦਰਵਾਈਜ਼ ਮੈਨੂੰ ਬਹੁਤ ਵਾਰੀ ਓਪਰਚੁਨਿਟੀ ਮਿਲਦੀ ਆ ਮੀਡੀਆ ਦੇ ਸਾਹਮਣੇ ਆਉਣ ਦੀ। ਮੈਂ 10 ਸਾਲ ਹਿੰਦੁਸਤਾਨ ਦਾ ਕਪਤਾਨ ਰਿਹਾ, ਮੈਨੂੰ ਇਸ ਚੀਜ਼ ਦੀ ਕਦੀ ਕੋਈ ਭੁੱਖ ਨਹੀਂ ਹੈ, ਨਾ ਮੈਂ ਕਦੀ ਇਦਾਂ ਦੀ ਗੱਲ ਹੋਸ਼ੀ ਕਰਦਾ ਹੈਗਾ। ਤੇ ਉਧਰ ਦੂਜੇ ਪਾਸੇ ਇਸੇ ਮੀਟਿੰਗ ਦੇ ਵਿੱਚੋਂ ਨਿਕਲੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ। ਪ੍ਰਤਾਪ ਸਿੰਘ ਬਾਜਪਾ ਦਾ ਕਹਿਣਾ ਹੈ ਕਿ ਜੇਕਰ ਵਿਜੀਲੈਂਸ ਦੀ ਦੁਰਵਰਤੋਂ ਹੋਈ ਤਾਂ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਬਲਾਸਟ ਹੋਣਗੇ ਸਿਆਸੀ ਤੌਰ ਦੇ ਉੱਤੇ, ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਨੁਕਸਾਨ ਪੈਦਾ ਕਰ ਸਕਦੇ ਨੇ। ਇਸ ਕਰਕੇ ਵਿਜੀਲੈਂਸ ਦੀਆਂ ਕਾਰਵਾਈਆਂ ਦੇ ਨਾਲ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। देखो, विजिलेंस का तो हमने पहले ही कहा है कि ये जो विजिलेंस का है ये बहुत हम कंडेम करते हैं और ऐसा काम बिल्कुल नहीं होना चाहिए। ये विस्फोटक हालात बना देंगे अगर विजिलेंस का किसी के खिलाफ इस्तेमाल किया गया। विजिलेंस नीचे किसके है? जिसके भी नीचे है, अगर अपने लोगों के घरों में या अपने लोगों की ये इन्वेस्टिगेशन करने की कोशिश करेंगे तो बड़ी विरोधता का सामना करना पड़ेगा। आज मीटिंग हुई है, क्या खास अंदर कुछ नहीं, कोई नहीं, ये तो एक हमारे सारे साथी हैं, हम सारे इकट्ठे होकर जो आज पंजाब में कांग्रेस की स्थिति है और गवर्नमेंट को क्या करना चाहिए उसी की चर्चा हो रही थी। कोई स्पेशल कोई ऐसी बात नहीं है। हाँ जी, नहीं ਢੀਂਡਸਾ ਸਾਹਿਬ ਦਾ ਤਾਂ ਮੈਂ ਹਾਲ ਹੀ ਪੁੱਛਣ ਗਿਆ ਸੀ, ਆਪਣੇ ਪਰਸਨਲ ਦੋਸਤ ਨੇ, ਹੋਰ ਕੋਈ ਗੱਲ ਨਹੀਂ ਉਹਦੇ 'ਚ। मेरे फादर ਦੇ कुलीग रहे ने। हाँ जी, प्रगट सिंह ने भी प्रेस कॉन्फ्रेंस की है, उन्होंने कहा कि उन्हें धमकी मिल रही थी, तो उसके बारे में क्या कहेंगे? नहीं, मैंने तो कल का कहा हुआ है कि मैं कंडेम करता हूँ। जिसने भी ये काम जो धमकी जिसने भी दी है, मैंने तो कल कैमरा पर कहा कि चीफ मिनिस्टर पंजाब को खुद आना चाहिए। उनको किसी को इधर किसी और को किसी की ड्यूटी नहीं लगानी चाहिए, खुद उनको, क्योंकि उनके खुद के एडवाइज़र ने धमकी दी है तो ये तो एक बहुत सीरियस मैटर है। चीफ मिनिस्टर को खुद क्लैरिफिकेशन देनी चाहिए। 24 घंटे हो गए, चीफ मिनिस्टर ऑफिस से कोई क्लैरिफिकेशन नहीं आई। ਉਧਰ ਪ੍ਰਗਟ ਸਿੰਘ ਤੇ ਪ੍ਰਤਾਪ ਸਿੰਘ ਬਾਜਪਾ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਵੱਡਾ ਬਿਆਨ ਆਇਆ। ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਜਾਂਚ ਏਜੰਸੀਆਂ ਜਾਂ ਜੇਲ੍ਹਾਂ ਦੇ ਜ਼ਰੀਏ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਹ ਗੱਲਾਂ ਸਾਫ਼ ਕਰ ਦਿੱਤੀ ਗਈ ਹੈ ਰੰਧਾਵਾ ਦੇ ਵੱਲੋਂ ਕਿ ਜੇਕਰ ਮੇਰੇ ਤੇ ਕੋਈ ਜਾਂਚ ਹੋਏਗੀ ਤਾਂ ਮੈਂ ਖੁਦ ਉਸ ਜਾਂਚ ਦੇ ਵਿੱਚ ਜਾ ਕੇ ਹਾਜ਼ਰ ਹੋਵਾਂਗਾ। ਤੇ ਨਾਲ ਹੀ ਉਹਨਾਂ ਨੇ ਜੇਲ੍ਹਾਂ ਨੂੰ ਲੈ ਕੇ ਵੱਡੀ ਗੱਲ ਆਖੀ ਹੈ ਕਿ ਜੇਕਰ ਕੋਈ ਜੇਲ੍ਹ ਵੀ ਜਾਂਦਾ ਤਾਂ ਜੇਲ੍ਹਾਂ ਇਨਸਾਨਾਂ ਦੇ ਲਈ ਬਣੀਆਂ ਨੇ, ਜਾਨਵਰਾਂ ਦੇ ਲਈ ਨਹੀਂ। ਕਿ ਜੇਲ੍ਹਾਂ ਇਨਸਾਨਾਂ ਲਈ ਬਣੀਆਂ ਹੁੰਦੀਆਂ ਨੇ, ਜੇਲ੍ਹ ਡੰਗਰਾਂ ਲਈ ਨਹੀਂ ਬਣੀ। ਤੇ ਜੇ ਇਹੋ ਹੀ ਚਾਹੁੰਦੇ ਆ ਕਿ ਜਿਨ੍ਹਾਂ ਲਈ ਜੇਲ੍ਹ ਵਾਅਦਾ ਕਰਕੇ ਆਏ ਆ, ਜਿਨ੍ਹਾਂ ਦੇ ਅਗੇਂਸਟ ਵਿਜੀਲੈਂਸ ਦੇ ਕੇਸ ਖੋਲ੍ਹਣ ਦੇ ਵਾਅਦੇ ਕਰਕੇ ਆਏ ਆ,
ਤੇ ਜੇ ਆਪਣੀ ਪਾਰਟੀ ਵਾਲੇ ਚੀਜ਼ ਆ ਜਾਏਗੀ ਤੇ ਮੈਂ ਇਹਦਾ ਵੈਲਕਮ ਕਰਾਂਗਾ। ਔਰ ਮੈਂ ਇੱਕ ਦਿਨ ਵੀ ਇਹ ਨਹੀਂ ਕਰਾਂਗਾ, ਮੈਂ ਸਿੱਧਾ ਵਿਜੀਲੈਂਸ ਦੇ ਆਫਿਸ 'ਚ ਜਾ ਕੇ ਆਪਣੇ ਆਪ ਨੂੰ ਅਰੈਸਟ ਲਈ ਪੇਸ਼ ਕਿਸ ਤਰ੍ਹਾਂ ਕਰਾਂਗਾ। ਦੇਖਦੇ ਹੋ ਜੋ ਕਾਰਵਾਈਆਂ ਹੋ ਰਹੀਆਂ ਨੇ ਜਾਂ ਜਾਂਚ ਹੋ ਬਾਅਦ ਰਹੀ ਜੋ ਹੈ? ਮੈਂ ਕਹਿਣਾ ਚਾਹੁੰਦਾ। ਉਹਨਾਂ ਨੇ ਵੀ ਪ੍ਰਗਟ ਸਿੰਘ ਉਹਨਾਂ ਬਾਰੇ ਕੀ ਕਹੋਗੇ? ਉਹਨਾਂ ਨੇ ਕਿਹਾ ਕਿ ਮੈਨੂੰ ਧਮਕਾਇਆ ਗਿਆ। ਦੇਖੋ, ਧਮਕੀਆਂ ਦੇਣੀਆਂ ਇਹ ਕਾਂਗਰਸ ਪਾਰਟੀ ਦੀ ਰਵਾਇਤ ਨਹੀਂ। ਸਾਡੀ ਪਾਰਟੀ ਦੀ ਜੇ ਪਿਛੋਕੜ ਦੇਖਿਆ ਜਾਏ, ਅੰਗਰੇਜ਼ਾਂ ਨਾਲ ਲੜਾਈਆਂ ਲੜੀਆਂ, ਅੱਤਵਾਦ 'ਚ ਲੜੀ, ਤੇ ਹੁਣ ਜਿਸ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਲੜਾਈ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਆ, ਇਸ ਲੜਾਈ ਨੂੰ ਡਾਇਵਰਟ ਕੀਤਾ ਜਾ ਰਿਹਾ। ਬੜੀ ਬਦਕਿਸਮਤੀ ਵਾਲੀ ਗੱਲ ਆ ਕਿ ਇਹਦੀ ਜਿਹੜੀ ਗੱਲ ਉਧਰ ਨੂੰ ਜਾਣ ਦੀ ਬਜਾਏ ਪਤਾ ਨਹੀਂ ਕੌਣ ਇਹਦੇ 'ਚ ਕੌਨਸਪੀਰੇਸੀ ਕਰਕੇ ਕਿ ਉਸ ਬੇਅਦਬੀ ਦੀਆਂ ਗੱਲਾਂ ਨੂੰ ਸਾਈਡ ਤੇ ਕਰਕੇ ਤੇ ਦੂਸਰੇ ਪਾਸੇ ਸਾਈਡ ਟਰੈਕ ਕੀਤਾ ਜਾ ਰਿਹਾ। ਇਹ ਨਹੀਂ ਹੋਣਾ ਚਾਹੀਦਾ। ਤੇ ਉਧਰ ਆਖਰਕਾਰ ਵਿਕਰਮਜੀਤ ਮਜੀਠੀਆ ਵੀ ਬੋਲੇ ਨੇ। ਵਿਕਰਮ ਮਜੀਠੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ 'ਚ ਵਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਦੇ ਸਮੇਤ ਪੰਜਾਬ ਦੀ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ ਹੈ। ਗੱਲ ਨਵਜੋਤ ਸਿੰਘ ਸਿੱਧੂ ਵਾਲੀ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਦੇ ਸਮੇਤ ਪ੍ਰਗਟ ਸਿੰਘ ਨੂੰ ਨਿਸ਼ਾਨੇ ਤੇ ਲੈਂਦੇ ਆ ਤੇ ਸਾਰੇ ਹੀ ਵਿਰੋਧੀਆਂ ਨੂੰ ਚੈਲੰਜ ਕਰਦੇ ਆ। ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਨੇ ਗੱਲ ਦੁਹਰਾਈ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਕੋਰਟ 'ਚ ਪੇਸ਼ ਹੋਵੋ, ਇਸ ਚੀਜ਼ ਨੂੰ ਜਨਤਕ ਕਰੋ, ਨਹੀਂ ਤਾਂ ਬੇਬੁਨਿਆਦ ਬਿਆਨਬਾਜ਼ੀ ਬੰਦ ਕਰੋ। ਇਸੇ ਦਰਮਿਆਨ ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਅਹਿਮ ਟਿੱਪਣੀਆਂ ਕੀਤੀਆਂ ਨੇ। ਗੱਲ ਤਾਂ ਤੁਸੀਂ ਕੁਰਸੀ ਤੇ ਕਬਜ਼ਾ ਕਰਨਾ ਚਾਹੁੰਦੇ ਹੋ, ਹੁਣ ਹੋਰ ਕੋਈ ਕੰਮ ਤਾਂ ਮਿਲਦਾ ਨਹੀਂ। ਜੇ ਤੁਹਾਨੂੰ ਇੰਨਾ ਹੀ ਫਿਕਰ ਹੈ, ਦੇਖੋ ਗੁਰੂ ਸਾਹਿਬ ਦੀ ਬੇਅਦਬੀ ਹੋਈ ਦੁਖਦਾਈ ਗੱਲ ਹੈ, ਸੱਚ ਸਾਹਮਣੇ ਆਵੇ ਅਸੀਂ ਸਭ ਚਾਹੁੰਦੇ ਆ, ਮਗਰ ਉੱਤੇ ਕੱਲੀ ਰਾਜਨੀਤੀ ਸਿਆਸਤ ਅੱਜ ਠੋਕੋ ਤਾਲੀ ਦਾ ਕੰਮ ਬਣ ਗਿਆ। ਔਰ ਇਹਨਾਂ ਦੇ ਜਿੰਨੇ ਕੁ ਵੀ ਆ ਵਜ਼ੀਰ ਨੇ, ਇਹਨਾਂ ਦੀ ਤਾਂ ਜਿੰਨੀ ਘੱਟ ਗੱਲ ਕੀਤੀ ਜਾਵੇ ਉਹੀ ਗੱਲ ਹੈ। ਠੋਕੋ ਤਾਲੀ ਆਪ ਤੇ ਆ, ਚੀਕੂ ਸੀਤਾਫਲ ਆਪ ਤੇ ਕੰਮ ਤੇ ਲੱਗੇ ਆ। ਇਹਨਾਂ ਨੂੰ ਲੋਕਾਂ ਦੀ ਤਾਂ ਕੋਈ ਫਿਕਰ ਕੋਈ ਨਹੀਂ ਮੈਂ ਵੇਖ ਰਿਹਾ। ਹਾਲਾਤ ਵੇਖੋ ਤੁਸੀਂ, ਗਵਰਨਮੈਂਟ ਆਫ ਇੰਡੀਆ, ਭਾਵੇਂ ਗਵਰਨਮੈਂਟ ਆਫ ਇੰਡੀਆ ਇਹਦੇ 'ਚ ਬਰਾਬਰ ਦੀ ਜ਼ਿੰਮੇਵਾਰ ਹੈ। ਦੀਦੀ ਤੋਂ ਵੇਲ ਨਹੀਂ ਮਿਲਿਆ ਉਹਨਾਂ ਨੂੰ। ਅੱਜ ਅਸਲੀਅਤ ਕੀ ਹੈ ਕਿ ਜਿੰਨੇ ਵੈਂਟੀਲੇਟਰ ਦਿੱਲੀ ਤੋਂ ਆਏ ਸੀ ਵਾਇਆ ਸੋ ਮਨੀ ਵੀ ਲਾਈਂਗ ਅਨਯੂਜ਼ਡ, ਇਹ ਕ੍ਰਿਮੀਨਲ ਨੈਗਲੀਜੈਂਸ ਹੈ। क्यों नहीं इस ते क्यों, मतलब वाई आर भी, मतलब डे बाय डे डेथ्स वध रही ने। रिपोर्टिंग अंडर रिपोर्टिंग ਨੂੰ ਇਨਕਰੇਜ ਕੀਤਾ ਜਾ ਰਿਹਾ ਕਿ ਸੱਚਾਈ ਸਾਹਮਣੇ ਨਾ ਲਿਆਓ। ਪਿੰਡਾਂ 'ਚ ਟੈਸਟਿੰਗ ਨਹੀਂ ਹੋ ਰਹੀ, ਲੋਕ ਟੈਸਟ ਕਰਾਉਣ ਤੋਂ ਘਬਰਾਉਂਦੇ ਆ। ਮੇਰਾ ਆਪ ਦਾ ਜਾਣਕਾਰ ਨੇ, ਮੈਂ ਉਹਨਾਂ ਨੂੰ ਕਿਹਾ ਵੈਕਸੀਨੇਸ਼ਨ ਲਵਾ ਲਓ। ਦੇਖੋ ਇਹ ਕੌਨਫੀਡੈਂਸ ਬਿਲਡਿੰਗ ਕਿਹਨੇ ਕਰਨੀ ਆ? ਸਰਕਾਰ ਨੇ ਕਰਨੀ ਆ। ਪਿੰਡਾਂ 'ਚ ਨਾ ਤਾਂ ਟੈਸਟ ਕਰਾ ਕੇ ਰਾਜੀ ਆ, ਨਾ ਵੈਕਸੀਨੇਸ਼ਨ ਲਵਾ ਕੇ ਰਾਜੀ ਆ। ਮਤਲਬ ਸਰਕਾਰ ਦਾ ਪ੍ਰੋਜੈਕਟ ਫੇਲ। ਔਰ ਹਾਲਾਤ ਇਹ ਹੋ ਗਏ ਆ, ਚਲੋ ਉਹ ਵੀ ਤੁਸੀਂ ਵੇਖਿਆ ਹਾਲ, ਜਿੱਥੇ ਪੰਜਾਬ ਵਰਗੇ ਪੰਜਾਬੀਆਂ ਲਈ ਮਸ਼ਹੂਰ ਹੈ, ਜਿੱਥੇ ਹਰ ਕੋਈ ਫੇਲ, ਉੱਥੇ ਕੱਲਾ ਪੰਜਾਬੀ ਆਉਂਦਾ ਬਾਂਹ ਫੜਨ ਵਾਸਤੇ। ਮਗਰ ਕੀ ਪੰਜਾਬ ਦੇ ਇਹ ਜਿਹੇ ਹਾਲਾਤ ਵੇਖੇ ਸੀ ਕਿ ਇੱਕ ਬਜ਼ੁਰਗ ਆਪਣੀ ਬੇਟੀ ਨੂੰ ਸੰਸਕਾਰ ਵਾਸਤੇ 3 ਦਿਨ ਲੱਗੇ, ਉਹਦੀ ਇਹ ਵੀਡੀਓ ਵੇਖ ਕੇ ਇਹ ਤੋਂ ਵੱਡਾ ਸਰਕਾਰ ਦਾ ਫੇਲੀਅਰ ਇਹ ਜੀ 100 ਨੇ। ਮੈਂ ਤਾਂ ਇੱਕ ਉਦਾਹਰਨ ਦੇ ਰਿਹਾ, ਮੈਂ ਲੰਮਾ ਨਹੀਂ ਜਾਊਂਗਾ ਇਹਦੇ 'ਚ। ਉਧਰ ਵਿਕਰਮ ਮਜੀਠੀਆ ਨੇ ਕਰੋਨਾ ਦੇ ਦੌਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਨੂੰ ਸਿਰੇ ਤੋਂ ਹੀ ਫੇਲ ਕਰਾਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਦੌਰ ਦੇ ਵਿੱਚ ਜਦੋਂ ਆਮ ਲੋਕਾਂ ਦੀ ਸੁਣਨੀ ਚਾਹੀਦੀ ਸੀ, ਉਸ ਦੌਰ ਦੇ ਵਿੱਚ ਵੀ ਲੋਕਾਂ ਦੇ ਨਾਲ ਲੁੱਟ ਹੋ ਰਹੀ ਹੈ ਤੇ ਸਰਕਾਰ ਚੁੱਪ ਸੁੱਤੀ ਪਈ ਹੈ। ਪੰਜਾਬ 'ਚ ਜਿਹੜੀ ਮੌਜੂਦਾ ਕਾਂਗਰਸ ਹੈ, ਚਾਹੇ ਉਹ ਠੋਕੋ ਤਾਲੀ ਗਰੁੱਪ ਹੈ, ਚਾਹੇ ਉਹ ਹੋਰ ਕੋਈ ਹੈ, ਚਾਹੇ ਉਹ ਚੀਕੂ ਸੀਤਾਫਲ ਗਰੁੱਪ ਹੈ, ਇਹ ਕੱਲਾ ਆਪ ਦੀ ਕੁਰਸੀ ਬਚਾਉਣ ਤੇ ਲੱਗੇ। ਲੋਕਾਂ ਨਾਲ, ਭਾਵੇਂ ਉਹ ਮੀਟੂ ਹੈ, ਲੋਕਾਂ ਨਾਲ ਹਮਦਰਦੀ ਦੀ ਇੱਕ ਟਵੀਟ, ਲੋਕਾਂ ਦੀ ਕਿਸੇ ਦਾ ਛੋਟੇ ਨਿਆਣੇ 20 ਸਾਲ ਦੇ ਪੁੱਤਰ ਕਿਸੇ ਨੇ ਦੋਵੇਂ ਗਵਾ ਲਏ। ਕੋਈ ਇਸ ਕੋਵਿਡ ਮਹਾਮਾਰੀ 'ਚ ਜਿਵੇਂ ਦੇਸ਼ ਐਨੂੰ ਜਾ ਰਿਹਾ, ਪੰਜਾਬ ਐਨੂੰ ਜਾ ਰਿਹਾ, ਉਹਨੂੰ ਸੁਧਾਰਨ ਲਈ ਇੱਕ ਬਿਆਨ, ਇੱਕ ਟਵੀਟ ਜੇ ਆਇਆ ਹੋਵੇ ਮੈਨੂੰ ਦੱਸ ਦਿਓ। ਆਕਸੀਜਨ ਦੀ ਘਾਟ ਕਰਕੇ ਵੈਂਟੀਲੇਟਰ ਚਲਾਉਣ ਵਾਲਾ ਨਹੀਂ, ਬਲੇਮ ਗੇਮ ਚੱਲ ਰਹੀ ਹੈ। ਸੈਂਟਰ ਕਹਿੰਦਾ ਤੁਸੀਂ ਨਹੀਂ ਵੇਖੇ। ਜੇ ਉਹਨਾਂ ਨੇ ਵੈਂਟੀਲੇਟਰ ਗਲਤ ਭੇਜੇ ਸੀ, ਜਿੱਦਣ ਭੇਜੇ ਸੀ ਉਦੋਂ ਮੋੜ ਦਿੰਦੇ। ਵੈਂਟੀਲੇਟਰ ਚਲਾਉਣ ਨੂੰ ਤੁਹਾਡੇ ਕੋਲ ਬੰਦਾ ਨਹੀਂ, ਫਿਰ ਤੁਸੀਂ ਪ੍ਰਾਈਵੇਟ ਹਸਪਤਾਲ ਤੇ ਮੜਨ ਦੀ ਕੋਸ਼ਿਸ਼ ਕਰ ਰਹੇ ਹੋ। ਪ੍ਰਾਈਵੇਟ ਹਸਪਤਾਲ ਕਈ ਵਧੀਆ ਕੰਮ ਕਰ ਰਿਹਾ, ਮਗਰ ਬੜੇ ਇਹੋ ਜਿਹੇ ਵੀ ਨੇ ਕੁਛ ਕਾਲੀਆਂ ਭੇਡਾਂ ਜਿਹੜੀਆਂ ਲੁੱਟ ਖੋਹ ਤੇ ਇਸ
ਕੋਵਿਡ ਨੂੰ ਕਮਾਈ ਦਾ ਸਾਧਨ ਬਣਾ ਰਹੀ ਹੈ, ਕਰੋੜਪਤੀ ਬਣਨ ਦੀ ਓਪਰਚੁਨਿਟੀ ਭਾਲ ਰਹੀ ਹੈ ਇਹਦੇ 'ਚ। ਉਹਨਾਂ ਦੇ ਲਾਇਸੈਂਸ ਕਿਉਂ ਨਹੀਂ ਕੈਂਸਲ ਹੋ ਰਹੇ? ਇੱਕ ਡਾਕਟਰ ਜਿਹੜਾ ਚਲੋ 99% ਡਾਕਟਰ ਚੰਗਾ ਕੰਮ ਕਰ ਰਹੇ ਹੋ, ਉਹਨਾਂ ਦੀ ਸ਼ਲਾਘਾ ਹੋਣੀ ਚਾਹੀਦੀ, ਉਹਨਾਂ ਦੀ 20 ਘੰਟੇ ਲਾ ਰਹੇ, ਮਗਰ ਜਿਹੜਾ ਇੱਕ ਗੜਬੜ ਕਰ ਰਿਹਾ ਹੈ ਉਹਨਾਂ ਦੇ ਕਿਹੜੇ ਨੂੰ ਫੜ ਕੇ ਅੰਦਰ ਦਿੱਤਾ ਇਹਨਾਂ ਨੇ। ਤੇ ਉਧਰ ਪੰਜਾਬ ਦੇ ਵਿੱਚ ਨਵੇਂ ਫਰੰਟ ਦੀ ਤਿਆਰੀ ਹੋ ਚੁੱਕੀ ਹੈ। ਇਸ ਤਿਆਰੀ ਦੇ ਲਈ ਪਹਿਲਾਂ ਨੀਂਹ ਰੱਖੀ ਜਾ ਚੁੱਕੀ ਹੈ। ਇਸ ਦੇ ਵਿੱਚ ਬ੍ਰਹਮਪੁਰਾ ਦੇ ਸਮੇਤ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਰਲ ਕੇ ਇੱਕ ਪਾਰਟੀ ਦਾ ਗਠਨ ਕੀਤਾ ਗਿਆ, ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਰੱਖਿਆ ਗਿਆ। ਇਸ ਦੀ ਸ਼ੁਰੂਆਤ ਦੇ ਮੌਕੇ ਤੇ ਹੀ ਸੁਖਦੇਵ ਸਿੰਘ ਢੀਂਡਸਾ ਨੇ ਗੱਲਬਾਤ ਕੀਤੀ ਅਤੇ ਉਹਨਾਂ ਆਪਣਾ ਸਾਫ਼ ਤੌਰ ਦੇ ਉੱਤੇ ਏਜੰਡਾ ਪੇਸ਼ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਕਾਲੀ ਦਲ ਆਜ਼ਾਦ ਕਰਾਉਣਾ ਹੈ, ਜੋ ਲਗਾਤਾਰ ਇੱਕ ਪਰਿਵਾਰ ਦੇ ਹੱਥ ਦੇ ਵਿੱਚ ਹੈ। ਤੇ ਨਾਲ ਹੀ ਉਹਨਾਂ ਆਪਣੇ ਆਉਣ ਵਾਲੇ ਦਿਨਾਂ ਦੇ ਏਜੰਡੇ ਵੀ ਵੱਡੇ ਪੱਧਰ ਦੇ ਉੱਤੇ ਐਲਾਨ ਕਰਨ ਦੀ ਗੱਲ ਆਖੀ ਹੈ ਕਿ ਸਾਡੀ ਟਕਸਾਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਡੀ-ਰਿਕੋਗਨਾਈਜ਼ ਕੀਤਾ ਜਾਵੇ, ਤੇ ਇਸ ਕਰਕੇ ਇੱਕ ਦੋ ਦਿਨ 'ਚ ਆਉਣਗੇ ਇੱਥੇ ਮਿਲ ਕੇ ਕਮੇਟੀ ਬਣਾ ਦੇਵਾਂਗੇ। ਕਮੇਟੀਆਂ ਉਹਨਾਂ ਦੇ ਜਿਹੜੇ ਬੰਦੇ ਲੈ ਲਾਂਗੇ ਸਾਡੇ ਹੈਗੇ ਨੇ, ਤੇ ਉਹਦੇ 'ਚ ਅਸੀਂ ਇਕੱਠੇ ਕਰਕੇ ਮੀਟਿੰਗ ਬਣਾ ਕੇ ਅਸੀਂ ਇਕੱਠੇ ਚੱਲਾਂਗੇ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਹੁਣ 2022 ਦੀਆਂ ਇਲੈਕਸ਼ਨਾਂ ਆਉਣ ਦਿਓ, ਲੋਕ ਇਹਨਾਂ ਤੋਂ ਹਿਸਾਬ ਵੀ ਮੰਗਣਗੇ ਤੇ ਲੋਕ ਇਹਨਾਂ ਨੂੰ ਨਿਕਾਲਣਗੇ ਵੀ। ਇਹ ਤੁਹਾਡੇ ਸਾਹਮਣੇ ਆਏਗਾ। ਸਰ ਉਹ ਤਾਂ ਸਬੂਤ ਵੀ ਮੰਗ ਰਹੇ ਨੇ ਕਿ ਜਿਹੜੇ ਸਬੂਤਾਂ ਦੀ ਗੱਲ ਕਰ ਰਹੇ ਸੀ, ਭਾਵੇਂ ਕੈਪਟਨ ਅਮਰਿੰਦਰ ਹੋਣ, ਸੁਨੀਲ ਜਾਖੜ ਹੋਣ, ਸੁਖਜਿੰਦਰ ਰੰਧਾਵਾ, ਨਵਜੋਤ ਸਿੰਘ ਸਿੱਧੂ ਹੋਣ, ਇਹ ਸਾਰੇ ਸਰ ਕਹਿ ਰਹੇ ਸੀ ਕਿ ਸਾਡੇ ਕੋਲ ਸਬੂਤ ਹੈਗੇ ਹੈ। ਉਹ ਸਬੂਤ ਕਿੱਥੇ? ਉਹਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਜਿਹੜਾ ਇੱਕ ਚੈਲੰਜ ਵੀ ਕੀਤਾ ਗਿਆ ਇਹਨਾਂ ਨੂੰ ਕਿ ਉਹ ਦਿਖਾਓ, ਵਰਨਾ ਇਸ ਤੋਂ ਵੱਡੀ ਜਿਹੜੀ ਬੇਅਦਬੀ ਹੋਈ ਹੈ, ਇਸ ਤੋਂ ਵੱਡੀ ਬੇਅਦਬੀ ਹੈ ਕਿ ਜਿਹੜੇ ਸਬੂਤਾਂ ਦੇ ਨਾਮ ਦੇ ਉੱਤੇ ਝੂਠੀ ਰਾਜਨੀਤੀ ਕੀਤੀ ਹੈ। ਦੇਖੋ, ਕੱਲ ਸਾਡੇ ਸੀਨੀਅਰ ਮੀਤ ਪ੍ਰਧਾਨ ਹੈ ਵੀਰ ਦਵਿੰਦਰ ਸਿੰਘ, ਉਹਨੇ ਚੈਲੰਜ ਕੀਤਾ ਕਿ 30 ਤਾਰੀਖ ਨੂੰ ਅਸੀਂ 1 ਤਾਰੀਖ ਨੂੰ ਉੱਥੇ ਜਾਣਾ ਹੈ, ਅਸੀਂ ਓਪਨ ਟੀਵੀ ਤੇ ਲਾਈਵ ਉਹਨਾਂ ਨਾਲ ਬਹਿਸ ਕਰਨ ਨੂੰ ਤਿਆਰ ਹਾਂ, ਅਸੀਂ ਸਬੂਤ ਦੇਵਾਂਗੇ। ਤੇ ਹੋਰ ਕੀ ਚਾਹੀਦਾ ਤੁਹਾਨੂੰ? ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ 2 ਕਰੋੜ ਰੁਪਇਆ ਫਿਲਮੀ ਅਦਾਕਾਰ ਅਮਿਤਾਭ ਬੱਚਨ ਦੇ ਆਉਣ ਦੇ ਮਾਮਲੇ ਦੇ ਵਿੱਚ ਲਗਾਤਾਰ ਸਿਆਸੀ ਅਤੇ ਧਾਰਮਿਕ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਇਸ ਦੌਰ ਦੇ ਵਿੱਚ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆਗੂ ਕਾਲਕਾ ਦਾ ਬਿਆਨ ਆਇਆ, ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਦੇ ਵੀ ਦਿੱਤੇ ਹੋਏ ਦਾਨ ਨੂੰ ਰੋਕ ਨਹੀਂ ਸਕਦੇ, ਕਿਸੇ ਕਿਸਮ ਦੀ ਦਾਨ ਤੇ ਕਿੰਤੂ ਪਰੰਤੂ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਬੀਬੀ ਜਗੀਰ ਕੌਰ ਨੇ ਜਿਹੜੀ ਗੱਲ ਕਹੀ ਹੈ ਕਿ ਜਿਹੜੀ ਦਾਨ ਦੇ ਕੇ ਕਿਸੇ ਕੋਲੋਂ ਲੈਣ ਵਾਲੇ ਨੂੰ ਸੈਲੀਬ੍ਰਿਟੀ ਬਣਾਇਆ ਜਾਏ, ਗੁਰੂ ਘਰ 'ਚ ਪ੍ਰਵਾਨ ਨਹੀਂ ਹੈ। ਚਾਹੇ ਉਹ ਅਮਿਤਾਭ ਬੱਚਨ ਹੋਏ, ਚਾਹੇ ਉਹ ਨਰਿੰਦਰ ਮੋਦੀ ਹੋਏ, ਦਾਨ ਦੇਣ ਵਾਲੇ ਨੂੰ ਸੈਲੀਬ੍ਰਿਟੀ ਇਸ ਗੁਰੂ ਘਰ ਦੇ ਵਿੱਚ ਨਹੀਂ ਬਣਾਇਆ ਜਾ ਸਕਦਾ। ਉਹਦੀ ਸ਼ਲਾਘਾ ਉਹਨੂੰ ਸਟੇਜਾਂ ਤੇ ਬੁਲਾ ਕੇ ਇਸ ਤਰੀਕੇ ਨਾਲ ਨਹੀਂ ਕੀਤੀ ਜਾ ਸਕਦੀ। ਮਗਰ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕਿ ਤੁਸੀਂ ਕਿਸੇ ਕੋਲੋਂ ਦਾਨ ਲੈਣਾ ਜਾਂ ਨਹੀਂ ਲੈਣਾ, ਇਹ ਸਾਡੇ ਪ੍ਰੈਰੋਗੇਟਿਵ ਨਹੀਂ ਹੈ। ਜੇ ਅਮਿਤਾਭ ਬੱਚਨ ਨੇ ਕੋਈ ਪੈਸੇ ਦਿੱਤੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਔਰ ਉਹਨਾਂ ਦੇ ਅਕਾਊਂਟ 'ਚ ਪਾਏ ਨੇ, ਇਹ ਇਖਤਿਆਰ ਕਿਸੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੋਲ ਨਹੀਂ ਹੈ ਕਿ ਉਹਦੇ ਉੱਤੇ ਕਿੰਤੂ ਪਰੰਤੂ ਕਰੇ। ਹਾਂ, ਅਗਰ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਜਾਂ ਫਿਰ ਕੋਈ ਗੱਲ ਹੈ, ਸਿੱਖ ਕੌਮ ਉਸ ਦਾ ਫੈਸਲਾ ਲਵੇ, ਸ਼੍ਰੀ ਅਕਾਲ ਤਖਤ ਸਾਹਿਬ ਉਹਦਾ ਫੈਸਲਾ ਲੈਣ, ਅਸੀਂ ਉਹਨੂੰ ਐਕਸੈਪਟ ਕਰਾਂਗੇ। ਮਗਰ ਜਿੱਥੇ ਤੱਕ ਸਾਡੀ ਨੌਲੇਜ ਦੇ ਵਿੱਚ ਹੈ, ਅੱਜ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਗੁਰੂ ਘਰ ਦੇ ਵਿੱਚ ਕੋਈ ਬੰਦਾ ਪੈਸੇ ਪਾ ਦੇਵੇ ਔਰ ਪ੍ਰਬੰਧਕ ਕਹਿਣ ਜੀ ਇਹਦਾ ਪੈਸਾ ਪ੍ਰਵਾਨ ਨਹੀਂ ਹੈ, ਇਹਦਾ ਹੱਕ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਫਜ਼ੂਲ ਦੀ ਗੱਲ ਹੈ। ਅੱਜ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ। ਵਰਲਡ ਦੇ ਵਿੱਚ ਇੱਕ ਦੂਜੇ ਨਾਲ ਇੰਟਰੈਕਟ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿਛਲੇ ਸਮੇਂ ਤੋਂ ਡਿਜੀਟਲ ਪਲੇਟਫਾਰਮ ਸਭ ਤੋਂ ਵੱਡਾ ਬਣਾਉਣ ਦੇ ਵਿੱਚ ਸਾਡੀ ਕਮੇਟੀ ਦਾ ਜਿਹੜਾ ਸਹਿਯੋਗ ਰਿਹਾ। ਅੱਜ ਡਿਜੀਟਲੀ ਅਗਰ ਅਸੀਂ ਕਿਸੇ ਦੁਨੀਆ ਨਾਲ ਜੁੜਨ ਵਾਸਤੇ ਕੋਈ ਸਾਨੂੰ ਡੋਮੇਨਸ ਦਿੰਦਾ ਕਿ ਅਸੀਂ ਉਹਨਾਂ ਨੂੰ ਅਪਰੂਵ ਕਰਦੇ ਹਾਂ ਕਿ ਤੁਸੀਂ ਕੋਈ ਡੋਨੇਸ਼ਨਸ, ਕਿਉਂਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਫਲਾਣੀ ਡੋਮੇਨ ਦੇ ਉੱਤੇ ਅਸੀਂ ਡੋਨੇਸ਼ਨ ਦੇਣੀ ਹੈ ਜੀ, ਤੁਸੀਂ ਉਹਦੇ ਉੱਤੇ ਹੈਗੇ ਹੋ ਨਹੀਂ ਹੈਗੇ। ਅੱਜ FCRA ਲੈ ਕੇ ਆਇਆ, ਉਹਦੇ ਉੱਤੇ ਵੀ ਕਿੰਤੂ ਪਰੰਤੂ ਕਰਨਗੇ, ਕਿਉਂ ਜੀ ਫੋਰਨ ਕਰੰਸੀ ਤੁਸੀਂ ਕਿਉਂ ਲੈ ਕੇ ਆਉਣ ਦੀ ਗੱਲ ਕਰ ਰਹੇ ਹੋ। ਸੋ ਕਿਧਰੇ ਨਾ ਕਿਧਰੇ ਇਹਨਾਂ ਨੇ ਇੱਕ ਟੀਚਾ ਬਣਾ ਲਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਇੱਕ ਐਡਵਾਂਸ ਚੱਲ ਰਹੀ ਹੈ, ਇੱਕ ਐਡਵਾਂਸਮੈਂਟ ਲਿਆਇਆ ਗੁਰਦੁਆਰਾ ਕਮੇਟੀ ਦੇ ਰਿਫਾਰਮਸ ਦੇ ਵਿੱਚ ਕਿ ਅਸੀਂ ਗੁਰਦੁਆਰੇ ਕਮੇਟੀ ਨੂੰ ਅਗਰ ਚਲਾਉਣਾ ਹੈ, ਜੋ ਸਮਾਂ ਹੈ 2 ਸਾਲਾਂ ਤੋਂ ਲਗਾਤਾਰ ਲਾਕਡਾਊਨ ਸਿਸਟਮ ਚੱਲ ਰਿਹਾ, 1.5 ਸਾਲ ਤੋਂ ਉੱਤੇ ਹੋ ਗਿਆ ਜੀ। ਲਾਕਡਾਊਨ ਦੇ ਸਮੇਂ ਦੇ ਵਿੱਚ ਸੰਗਤਾਂ ਘਟ ਜਾਂਦੀਆਂ ਮਗਰ ਖਰਚੇ ਨਹੀਂ ਘਟਦੇ। ਉਹੀ ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ, ਗੁਰੂ ਘਰ ਦੀ ਜਿਹੜੀ ਸਟਾਫ ਦੀਆਂ ਸੈਲਰੀਆਂ ਨੇ, ਜਿਹੜੇ ਸਾਡੇ ਸਕੂਲਾਂ ਦੀਆਂ ਸੈਲਰੀਆਂ ਨੇ, ਅੱਜ ਬਿਨਾਂ ਫੀਸਾਂ ਦੇ ਜੇ ਤਨਖਾਹਾਂ ਦੇਣ ਦਾ ਕੰਮ ਕਰ ਰਹੀ ਤੇ ਸਾਡੀ ਕਮੇਟੀ ਕਰ ਰਹੀ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡੇ ਐਲਾਨ ਉਹਨਾਂ ਲੋਕਾਂ ਦੇ ਲਈ ਕੀਤੇ ਗਏ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਇਸ ਬਿਮਾਰੀ ਦੀ ਭੇਟ ਚੜੇ ਨੇ।
ਇਸ ਕਰੋਨਾ ਕਾਲ ਦੇ ਦਰਮਿਆਨ ਇਸ ਜਹਾਨ ਤੋਂ ਜਾਣ ਵਾਲੀ ਪੀੜਤ ਪਰਿਵਾਰਾਂ ਦੇ ਲੋਕਾਂ ਨੂੰ ਹੁਣ ਵੱਡੀ ਸਹਾਇਤਾ ਦੇਣ ਦਾ ਐਲਾਨ ਅਰਵਿੰਦ ਕੇਜਰੀਵਾਲ ਨੇ ਕੀਤਾ। ਕੇਜਰੀਵਾਲ ਦਾ ਕਹਿਣਾ ਹੈ ਕਿ ਜਿਨ੍ਹਾਂ ਪਰਿਵਾਰਾਂ ਦਾ ਇਸ ਮੌਕੇ ਦੇ ਉੱਤੇ ਵੱਡਾ ਨੁਕਸਾਨ ਹੋਇਆ, ਪਰਿਵਾਰਕ ਜੀ ਇਸ ਦੁਨੀਆ ਤੋਂ ਗਏ ਨੇ, ਉਹਨਾਂ ਦੇ ਲਈ 50,000 ਦੇ ਕਰੀਬ ਦੀ ਸਹਾਇਤਾ ਰਾਸ਼ੀ ਦੇ ਨਾਲ ਜਿਨ੍ਹਾਂ ਦੇ ਕਮਾਊ ਜੀ ਭਾਵ ਕਿ ਕਮਾਉਣ ਵਾਲੇ ਇਨਸਾਨ ਘਰ ਦੇ ਵਿੱਚੋਂ ਚਲੇ ਗਏ ਨੇ, ਉਹਨਾਂ ਦੇ ਲਈ 2500 ਰੁਪਇਆ ਪੈਨਸ਼ਨ ਦੇ ਨਾਲ ਘਰ ਦੇ ਖਰਚੇ ਦੇ ਨਾਲ ਪੜ੍ਹਾਈ ਜਿਹੜੀ ਹੈ ਮੁਫਤ ਦਿੱਤੀ ਜਾਏਗੀ। ਇਹ ਵੱਡੇ ਐਲਾਨ ਕੀਤੇ ਨੇ ਦਿੱਲੀ ਦੇ ਮੁੱਖ ਮੰਤਰੀ ਨੇ। ऐसे परिवारों में जिनमें कमाने वाले व्यक्ति की मौत हो गई, उनमें वो एक्स ग्रेशिया अमाउंट के साथ साथ 2,500 रुपये महीने की पेंशन भी शुरू की जाएगी। अगर पति की मौत हुई तो वो पेंशन पत्नी को मिलेगी, पत्नी की मौत हुई तो वो पेंशन पति को मिलेगी। अगर कोई व्यक्ति विवाहित नहीं था तो उसके माँ बाप को वो पेंशन मिलेगी, लेकिन 2,500 रुपये उस परिवार को हर महीने पेंशन दी जाएगी जहाँ जिनके परिवार में कमाने वाले व्यक्ति की मौत हुई है। ऐसे बच्चे जिनके दोनों माँ बाप की मौत हो गई, उन दोनों माँ बाप की चाहे कोरोना से मौत हुई या ऐसे भी परिवार हो सकते हैं जिसमें एक माँ बाप में से एक पहले से ही उसकी मौत हो चुकी थी और जो दूसरे थे उनकी अब कोरोना से मौत हो गई। मतलब दोनों में से एक की कम से कम कोरोना से मौत हुई और बच्चे अब अनाथ हो गए हैं। ऐसे में हर बच्चे को 2,500 रुपये महीना दिया जाएगा 25 साल की उम्र तक, और उन बच्चों की शिक्षा फ्री की जाएगी, उन बच्चों को मुफ्त शिक्षा दिलवाई जाएगी। तो ये हमने काफ़ी सोचा कि किस किस तरह से हम अपने लोगों की, दिल्ली के लोगों की कोरोना की इस कठिन परिस्थितियों में मदद कर सकते हैं। ये 4 अहम कदम दिल्ली सरकार उठा रही है। अगले कुछ दिनों के अंदर इसको लागू कर दिया जाएगा, कैबिनेट से इसको पास करा दिया जाएगा। आप सोच रहे होंगे कि इतना पैसा कहाँ से आएगा, इतनी बड़ी बड़ी घोषणाएं जो आज की है, इतना पैसा कहाँ से आएगा। 6 साल पहले आप लोगों ने एक ईमानदार सरकार बनाई थी। पिछले 6 साल में हम हर सरकारी काम में रिश्वतखोरी भी नहीं होने देते, उससे पैसा बचाते हैं, फिजूल खर्ची भी नहीं होने देते, उससे भी पैसा बचाते हैं। लेकिन पिछले 4-5 दिन के अंदर हम लोगों ने, मैंने, मेरे मंत्रियों ने, मेरे अफसरों ने बैठ के इस पे काफ़ी विचार में मंथन किया और ये देखा कि कहाँ कहाँ से इस वक्त हमारे लोग मुसीबत में हैं। इस मुसीबत में अगर हम अपने लोगों के काम नहीं आएंगे तो फिर क्या फ़ायदा। उधर नवीं सिੱਖਿਆ ਨੀਤੀ 2020 ਦੇ ਵਿਰੋਧ ਦੇ ਵਿੱਚ ਅਧਿਆਪਕ ਆਣ ਖੜੇ ਹੋਏ ਨੇ। ਅਧਿਆਪਕਾਂ ਦਾ ਕਹਿਣਾ ਹੈ ਕਿ ਡਰਾਇੰਗ ਅਤੇ ਹੋਰ ਕਈ ਵਿਸ਼ਿਆਂ ਦੇ ਅਧਿਆਪਕਾਂ ਦੇ ਸਾਮੀਆਂ ਨੂੰ ਖਤਮ ਕਰਨ ਦੇ ਲਈ ਅਜਿਹੀਆਂ ਪਾਲਿਸੀਆਂ ਤਿਆਰ ਹੁੰਦੀਆਂ ਨੇ ਤੇ ਇਸ ਮੌਕੇ ਦੇ ਉੱਤੇ ਉਹਨਾਂ ਵਿਰੋਧ ਜ਼ਾਹਰ ਕੀਤਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਇਸ ਦੇ ਨਾਲ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੋਏਗਾ। ਅੱਜ ਦਾ ਜੋ ਸਾਂਝੇ ਅਧਿਆਪਕ ਮੋਰਚੇ ਦਾ ਪ੍ਰੋਗਰਾਮ ਹੈ ਜੀ, ਸਮੁੱਚੇ ਪੰਜਾਬ ਦੇ ਵਿੱਚ 2 ਮੁੱਦਿਆਂ ਨੂੰ ਲੈ ਕੇ ਫੌਰੀ ਤੌਰ ਦੇ ਉੱਤੇ ਕਿ ਜੋ ਪ੍ਰਾਇਮਰੀ ਦੇ ਅਧਿਆਪਕ ਨੇਗੇ, ਉਹਨਾਂ ਦੇ ਪ੍ਰਾਇਮਰੀ ਦੇ ਜਿਹੜੇ ਬੱਚੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਦਾਖਲ ਹੋਣੇ ਸੀ, ਉਹਦੇ ਉੱਤੇ ਇੱਕ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ ਕਿ ਉਹ ਵਿਦਿਆਰਥੀਆਂ ਨੂੰ ਸੈਕੰਡਰੀ ਸਕੂਲਾਂ ਦੇ ਵਿੱਚ ਵੀ ਦਾਖਲ ਕੀਤਾ ਜਾ ਸਕਦਾ ਹੈ, ਕਿਉਂਕਿ ਇਹਦੇ ਨਾਲ ਪ੍ਰਾਇਮਰੀ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਉਹਨਾਂ ਦੀਆਂ ਪੋਸਟਾਂ, ਉਹਨਾਂ ਦਾ ਜਿਹੜਾ ਕਾਡਰ ਹੈ, ਉਹਨਾਂ ਦਾ ਡਾਇਰੈਕਟੋਰੇਟ ਜਿਹੜਾ ਕਿ ਸਾਡੇ ਪੂਰਵਜਾਂ ਦੇ, ਸਾਡੇ ਵੱਡੇ ਵਡੇਰਿਆਂ ਨੇ ਲੜ ਕੇ ਬਣਵਾਏ ਸੀ, ਉਹਨਾਂ ਵਾਸਤੇ ਸਹੂਲਤਾਂ ਲਈਆਂ ਸੀ, ਉਹਨੂੰ ਖਤਮ ਕਰਨ ਦੇ ਰਾਹ ਤੁਰੀ ਹੈ ਸਰਕਾਰ। ਦੂਸਰਾ ਮੁੱਦਾ ਇਹ ਹੈ ਕਿ ਪੰਜਾਬ ਦੇ ਸਮੁੱਚੇ ਮਿਡਲ ਸਕੂਲਾਂ ਦੇ ਵਿੱਚੋਂ 228 PTI ਦੀਆਂ ਪੋਸਟਾਂ ਚੱਕ ਕੇ ਬਲਾਕਾਂ ਦੇ ਵਿੱਚ ਦਿੱਤੀਆਂ ਗਈਆਂ, ਜਿਹੜੀਆਂ ਕਿ ਨਾ ਤਾਂ ਉਹਨਾਂ ਨੇ ਸਕੂਲਾਂ ਦੇ ਤੋਂ ਚੱਕ ਲੀਆਂ, ਇੱਕ ਬਲਾਕ ਦੇ ਵਿੱਚੋਂ ਪੋਸਟ ਨਾ ਕਾਫੀ ਹੈ। ਅਸੀਂ ਮੰਗ ਕਰਦੇ ਹਾਂ ਕਿ ਸਮੁੱਚੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਖੇਡੋ ਪੰਜਾਬ ਤੇ ਖੇਡੋ ਇੰਡੀਆ ਦੇ ਤਹਿਤ ਉਹ ਪੋਸਟਾਂ ਦਿੱਤੀਆਂ ਜਾਣ ਤੇ ਦੂਸਰੇ ਪਾਸੇ ਮਿਡਲ ਸਕੂਲਾਂ ਦੇ ਵਿੱਚੋਂ ਦੋਨੇ ਪੋਸਟਾਂ C&V ਦੀਆਂ ਔਰ ਉਹਨਾਂ ਨੂੰ ਖਤਮ ਕਰਨ ਦੇ, ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਰਾਹ ਤੁਰੀ ਹੈ ਸਰਕਾਰ। ਇਹ ਦੇ ਵਿਰੋਧ ਦੇ ਵਿੱਚ ਅਤੇ ਅਧਿਆਪਕਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੀਆਂ ਸਮੁੱਚੇ ਬਲਾਕਾਂ ਦੇ ਅਤੇ ਤਹਿਸੀਲ ਪੱਧਰੀ ਜਿਹੜੇ ਧਰਨੇ ਦਿੱਤੇ ਗਏ ਨੇ, ਉਹਦੇ ਕੜੀ ਦੇ ਤਹਿਤ ਅੱਜ ਇੱਥੇ ਪੁਤਲਾ ਫੂਕ ਜਿਹੜਾ ਹੈਗਾ ਪਟਿਆਲੇ ਤਹਿਸੀਲ ਵੱਲੋਂ ਕੀਤਾ ਗਿਆ। ਜੇਕਰ ਇਹਨਾਂ ਮੰਗਾਂ ਸਾਡੀਆਂ ਪੂਰੀਆਂ ਨਾ ਹੋਈਆਂ, ਕੋਈ ਨੈਕਸਟ ਸਟੈਪ? ਇਹਦਾ ਮੰਗਾਂ ਪੂਰੀਆਂ ਨਾ ਹੋਣ ਤੋਂ ਬਾਅਦ ਜੇਕਰ ਨਹੀਂ ਹੁੰਦੀਆਂ ਤਾਂ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਉਲੀਕ ਚੁੱਕੇ ਹਾਂ। ਉਹ ਇਹ ਹੈ ਕਿ 20 ਤੋਂ ਲੈ ਕੇ 26 ਮਈ ਦੇ ਦਰਮਿਆਨ ਸਮੁੱਚੇ ਪੰਜਾਬ ਦੇ ਸਕੂਲਾਂ ਦੇ ਵਿੱਚ ਸਾਰੇ ਅਧਿਆਪਕ ਰੋਸ ਵਜੋਂ ਕਾਲੇ ਬਿੱਲੇ ਲਾਉਣਗੇ। ਉਹ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਭਾਵੇਂ ਸੰਗਰੂਰ ਦੀ ਧਰਤੀ ਤੇ ਹੋਵੇ, ਚਾਹੇ ਉਹ ਸਿੱਖਿਆ ਸਕੱਤਰ ਦੇ
ਦੇ ਦਫ਼ਤਰ ਦਾ ਘਿਰਾਓ ਹੋਵੇ, ਉਹ ਵੀ ਜਿਹੜੇ ਪ੍ਰੋਗਰਾਮ ਨੇ ਨਾਲ ਕੀਤੇ ਜਾਣਗੇ। ਉਧਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਕਰਵਟ ਲਏਗਾ। ਪੰਜਾਬ ਦੇ ਵਿੱਚ ਤੇਜ਼ ਹਨੇਰੀ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ ਤੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਤੇਜ਼ ਹੋ ਸਕਦਾ ਹੈ। ਇਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਮੌਸਮ ਵਿਭਾਗ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਠੰਡਾ ਹੋਏਗਾ ਤੇ ਗਰਮੀ ਤੋਂ ਵੀ ਰਾਹਤ ਮਿਲੇਗੀ, ਪਰ ਮੀਂਹ ਹਨੇਰੀ ਦੇ ਚੱਲਦਿਆਂ ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਰੱਖ ਸਕਦੇ ਹੋ। ਜਿਹੜੀ ਸਾਨੂੰ ਫੋਰਕਾਸਟ ਆਈ ਹੈਗੀ ਹੈ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਤੋਂ, ਉਹਦੇ ਅਕੋਰਡਿੰਗਲੀ ਜਿਹੜਾ ਅਰੇਬੀਅਨ ਸੀ ਦੇ ਵਿੱਚ ਸਾਈਕਲੋਨਿਕ ਸਟ੍ਰੋਮ ਹੈ ਤਾਉਤੇ ਜਿਹੜਾ ਚੱਲ ਰਿਹਾ ਇਸ ਵੇਲੇ, ਇਹ ਗੁਜਰਾਤ ਕੋਸਟ ਨੂੰ ਹਿੱਟ ਕਰਦਾ ਹੋਇਆ ਗੁਜਰਾਤ ਰਾਜਸਥਾਨ ਕ੍ਰਾਸ ਕਰਦਾ ਹੋਇਆ 19-20 ਮਈ ਤੱਕ ਹਰਿਆਣਾ ਪੰਜਾਬ ਦੇ ਇਲਾਕਿਆਂ ਦੇ ਵਿੱਚ ਪਹੁੰਚੇਗਾ। ਐਂਡ ਇਹਦੇ ਨਾਲ ਗਰਜ ਚਮਕ ਦੇ ਨਾਲ ਛਿੱਟੇ, ਹਾਲਾਂਕਿ ਬਾਰਿਸ਼ ਜਿਹੜੀ ਹੈ ਉਹ ਹਲਕੀ ਤੋਂ ਦਰਮਿਆਨੀ ਬਾਰਿਸ਼ ਹੀ ਹੋਏਗੀ, ਬਟ ਹਵਾਵਾਂ ਕਾਫੀ ਤੇਜ਼ ਚੱਲਣਗੀਆਂ, 30-40 ਜਾਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ। ਨਾਲ ਦੇ ਨਾਲ ਗਰਜ ਚਮਕ ਦੇ ਨਾਲ ਛਿੱਟੇ ਪੈਣ ਦੀ ਅਸਾਰ ਹੈਗੇ ਹੈ। ਐਂਡ ਇਹ ਸਿਸਟਮ 19-20 ਮਈ ਤੱਕ ਪੰਜਾਬ ਦੇ ਵਿੱਚ ਐਕਟਿਵ ਰਹੇਗਾ ਐਂਡ ਉਹਦੇ ਬਾਅਦ ਇਹ ਫਰਦਰ ਅੱਗੇ ਨੂੰ ਮੂਵ ਕਰ ਜਾਏਗਾ। ਇਸ ਵੇਲੇ ਕਿਉਂਕਿ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ 'ਚ ਵੀ ਇੱਕ ਵੈਸਟਰਨ ਡਿਸਟਰਬੈਂਸ ਵੀ ਮੂਵ ਕਰ ਰਹੀ ਹੈ, ਸੋ ਇਹ ਜਦੋਂ ਦੋ ਸਿਸਟਮ ਇਕੱਠੇ ਆ ਜਾਂਦੇ ਆ ਤਾਂ ਉਹਨਾਂ ਦੀ ਇੰਟੈਂਸਿਟੀ ਵੱਧ ਜਾਂਦੀ ਹੈ। ਤੇਜ਼ ਹਵਾਵਾਂ ਇਸ ਕਰਕੇ ਚੱਲਣਗੀਆਂ ਕਿਉਂਕਿ ਇਹ ਸਾਈਕਲੋਨਿਕ ਸਟ੍ਰੋਮ ਦਾ ਹਿੱਸਾ ਹੈਗੀਆਂ ਨੇ, ਉਹਦੇ ਵਿੱਚ ਹਵਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ, ਸੋ ਇਹਦੇ ਨਾਲ ਤੇਜ਼ ਹਵਾਵਾਂ ਦੀ ਫੋਰਕਾਸਟ ਹੈ। ਕਿੱਥੇ ਕਿੱਥੇ ਜਿਹੜਾ ਪੰਜਾਬ ਤੋਂ ਇਲਾਵਾ ਹੋਰ ਕਿੱਥੇ ਡਿਸਟਰਬੈਂਸ ਕਰੇਗਾ ਤੇ ਹਨੇਰੀ ਜਿਹੜੀ ਆ ਕਿੰਨੀ ਕਿਲੋਮੀਟਰ ਰਫ਼ਤਾਰ ਨਾਲ ਜਿਹੜੀ ਚੱਲੇਗੀ? ਇਹ ਜਿਹੜਾ ਸਿਸਟਮ ਆ ਰਿਹਾ ਹੈਗਾ ਆ ਕਿਉਂਕਿ ਸਾਈਕਲੋਨਿਕ ਸਟ੍ਰੋਮ ਦਾ ਇੱਕ ਹਿੱਸਾ ਹੈ, ਸੋ ਗੁਜਰਾਤ ਰਾਜਸਥਾਨ ਤੋਂ ਹੁੰਦਾ ਹੋਇਆ ਹਰਿਆਣਾ ਪੰਜਾਬ ਦੇ ਹਿੱਸਿਆਂ ਦੇ ਵਿੱਚ ਆਏਗਾ ਐਂਡ 19-20 ਮਈ ਤੱਕ ਇਹ ਤਕਰੀਬਨ ਪੰਜਾਬ ਦੇ ਕਾਫੀ ਹਿੱਸੇ ਕਵਰ ਕਰ ਜਾਏਗਾ। ਇਹਦੇ ਵਿੱਚ ਹਵਾਵਾਂ ਦੀ ਰਫ਼ਤਾਰ ਕਾਫੀ ਤੇਜ਼ ਰਹੇਗੀ, ਜਦੋਂ ਵੀ ਸਟ੍ਰੋਮ ਚੱਲੇਗਾ ਕਾਫੀ 30-40 ਜਾਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲੇਗਾ। ਕਿਉਂਕਿ ਇਹਨਾਂ ਦੇ ਦਿਨਾਂ ਦੇ ਵਿੱਚ ਹਵਾ ਦੇ ਵਿੱਚ ਨਮੀ ਘੱਟ ਹੋਣ ਕਰਕੇ ਨਾਲ ਡਸਟ ਸਟ੍ਰੋਮ ਵਰਗੀ ਸਥਿਤੀ ਬਣ ਜਾਂਦੀ ਹੈ। ਜਨਰਲੀ April-May ਮਹੀਨੇ 'ਚ ਜਦੋਂ ਵੀ ਇਹੋ ਜਿਹੇ ਸਿਸਟਮਸ ਆਉਂਦੇ ਆ ਤਾਂ ਉਹ ਡਸਟ ਸਟ੍ਰੋਮ ਲੈ ਕੇ ਆਉਂਦੇ ਹੈਗੇ ਆ। ਅਤੇ ਮੇਨ ਜਿਹੜੀਆਂ ਸਾਡੀਆਂ ਇਸ ਵੇਲੇ ਖੇਤ ਦੇ ਵਿੱਚ ਫਸਲਾਂ ਜਿਹੜੀਆਂ ਨੇ ਉਹਨਾਂ ਦੀ ਕਟਾਈ ਹੋ ਚੁੱਕੀ ਹੈ। ਕੁਛ ਇਲਾਕਿਆਂ ਦੇ ਵਿੱਚ ਨਰਮੇ ਦੀ ਫਸਲ ਹੈਗੀ ਹੈ ਸਾਊਥ ਵੈਸਟਰਨ ਡਿਸਟ੍ਰਿਕਟਸ 'ਚ, ਜਾਂ ਕੁਝ ਸਬਜ਼ੀਆਂ ਦੀਆਂ ਫਸਲਾਂ ਨੇ ਜਾਂ ਸੱਠੀ ਮੂੰਗੀ ਵਗੈਰਾ ਦੀ ਕਾਸ਼ਤ ਕੀਤੀ ਹੋਈ ਹੈ। ਸੋ ਕਿਉਂਕਿ ਉਹ ਫਸਲਾਂ ਅਜੇ ਇਨੀਸ਼ੀਅਲ ਸਟੇਜ 'ਚ ਨੇ, ਸੋ ਇਸ ਕਰਕੇ ਫਸਲਾਂ ਦੇ ਉੱਤੇ ਇਹਦਾ ਕੋਈ ਇੰਨਾ ਜ਼ਿਆਦਾ ਅਸਰ ਨਹੀਂ ਹੈ, ਬਟ ਆਮ ਜਨਜੀਵਨ ਨੂੰ ਕਿਉਂਕਿ ਪਿਛਲੇ ਦਿਨੋਂ ਟੈਂਪਰੇਚਰਸ ਕਾਫੀ ਹਾਈ ਰਹੇ ਆ, 40 ਡਿਗਰੀ ਜਾਂ 40 ਡਿਗਰੀ ਤੋਂ ਉੱਪਰ ਰਿਕਾਰਡ ਕੀਤੇ ਗਏ ਪੰਜਾਬ ਦੇ ਕਾਫੀ ਹਿੱਸਿਆਂ 'ਚ, ਸੋ ਲੋਕਾਂ ਨੂੰ ਥੋੜ੍ਹੀ ਜਿਹੀ ਟੈਂਪਰੇਚਰ ਦੀ ਗਿਰਾਵਟ ਆਉਣ ਨਾਲ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ ਇਸ ਵੇਲੇ ਦੇ ਵਿੱਚ ਇੰਨਾ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।